नानक सब तेरी वड्याई। कोई नाऊ ना जाने मेरा, ज्ञान ध्यान किछ कर्म न जाना। सार न जाना तेरी, सब ते वड्डा सतगुर नानक। जिन कल राखी मेरी, तू सुल्तान कहाँ हो मियाँ। तेरी कवन बड़ाई, जो तू दे सो कहाँ स्वामी। मैं मूर्ख कहन ना जाई, तेरे गुण गावा दे बुझाई। जैसे सच मैं दहूँ रजाई, मैं मूर्ख की केतक बात है। कोट पराधी तरियारे, गुरु नानक जिन सुनिया पिखिया। से फिर गर्भास ना परियारे। गुरु नानक जिन सुनिया पिखिया, से फिर गर्भास ना परियारे। वाहिगुरु जी का खालसा, वाहिगुरु जी की फतेह। परम सन्मानयोग सतगुरु धन धन साहिब श्री गुरु ग्रंथ साहिब महाराज जी, जिन्हां दी पावन अते पवित्र हजूरी अंदर शामां वेले दे दीवानां विच हाजरियां भर के, गुरबाणी पढ़ सुन के, सत संगत करके अपना मनुखा जीवन सफला कर रहे अति सत्कारयोग गुरु सवारे सत संगी जनों, आओ सतगुरां दी किरपा दे सदका आप जी नूं पता ही है कि अज दूसरे पातशाह धन धन साहिब श्री गुरु अंगद देव महाराज जी का गुरता गद्दी दिवस है। इस संबंध विच अज दे दीवान जिहड़े हन विशेष तौर ते सजाए गए ने सेवक परिवार सरदार गुरदीप सिंह जी समूह भाटिया परिवार वालों। आओ जिथे आप जी ने पावन बाणी दे शब्द कीर्तन गुरु प्यारियां पासों सरवण कीते ने, दूसरे पातशाह धन धन साहिब श्री गुरु अंगद देव महाराज जी दे पावन जीवन दियां अमोलक विचारां दे राही साहिब श्री गुरु ग्रंथ साहिब महाराज जी दे पावन चरनां नाल जुड़न दा यतन करिए। धन धन साहिब श्री गुरु नानक देव महाराज जी जगत दे पातशाह, जदों आपां उन्हां दे पावन जीवन वल झांक मारदे हां ते सानूं भाई गुरदास जी दीयां वारां दे विचों सबूत मिलदा इस गल दा
ਕਿ ਦੁਨੀਆ ਦੇ ਉੱਤੇ, ਇਸ ਸੰਸਾਰ ਦੇ ਵਿੱਚ, ਧਰਤੀ ਦੇ ਉੱਤੇ ਪਾਪਾਂ ਦਾ ਭਾਰ ਬਹੁਤ ਜ਼ਿਆਦਾ ਹੋ ਚੁੱਕਿਆ। ਜਦੋਂ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਵਰਗੇ ਜਿਹੜੇ ਗ੍ਰੰਥ ਵਿਚਾਰਦੇ ਹਾਂ, ਉਹਨਾਂ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੁੰਦਾ ਹੈ। ਤੇ ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ, ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਰੱਬ ਜੀ ਨੇ ਪੁਕਾਰ ਸੁਣ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਸ ਸੰਸਾਰ ਦੇ ਅੰਦਰ, ਇਸ ਜਗਤ ਦੇ ਅੰਦਰ ਭੇਜਿਆ। ਕਾਹਦੇ ਵਾਸਤੇ? ਕਿ ਦੁਨੀਆ ਦੇ ਅੰਦਰੋਂ ਪਾਪਾਂ ਦਾ ਨਾਸ਼ ਕਰਨਾ ਹੈ। ਹੁਣ ਤੁਸੀਂ ਵਿਚਾਰ ਕੇ ਦੇਖਿਓ, ਦੁਨੀਆ ਤੇ ਬੜੇ ਲੰਬੇ ਸਮੇਂ ਤੋਂ ਧਾਰਮਿਕ ਵਰਗ ਦੇ ਲੋਕ ਵੀ ਆ ਰਹੇ ਨੇ, ਦੁਨੀਆ ਦੇ ਵਿੱਚ ਸਮੇਂ ਬਾਅਦ ਸਮੇਂ ਰਹਿਬਰ ਵੀ ਆ ਰਹੇ ਨੇ। ਐਡੇ ਐਡੇ ਵੱਡੇ ਗ੍ਰੰਥ ਜਿਹੜੇ ਬੜੇ ਪੁਰਾਤਨ ਸਮੇਂ ਤੋਂ, ਉਹ ਗ੍ਰੰਥ ਵੀ ਦੁਨੀਆ ਦੇ ਅੰਦਰ ਹੈ ਨੇ, ਪਰ ਫਿਰ ਦੁਨੀਆ ਦੇ ਅੰਦਰ ਪਾਪਾਂ ਦਾ ਭਾਰ ਬਹੁਤ ਜ਼ਿਆਦਾ ਵੱਧ ਗਿਆ। ਤੇ ਰੱਬ ਜੀ ਨੇ ਪੁਕਾਰ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇਸ ਜਗਤ ਦੇ ਅੰਦਰ ਭੇਜਿਆ। ਏਦਾਂ ਕਹਿ ਲਈਏ ਭੱਟ ਸਾਹਿਬਾਨਾਂ ਦੇ ਬਚਨਾਂ ਦੇ ਮੁਤਾਬਕ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ। ਅਕਾਲ ਪੁਰਖ ਆਪ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਇਹ ਦੁਨੀਆ ਦੇ ਅੰਦਰ ਪ੍ਰਗਟ ਹੋਏ। ਉਹਨਾਂ ਦੁਨੀਆ ਦੇ ਅੰਦਰ ਪ੍ਰਗਟ ਹੋ ਕੇ ਐਸਾ ਸੱਚ ਦਾ ਮਾਰਗ ਚਲਾਇਆ, ਦੁਨੀਆ ਦੇ ਅੰਦਰ ਐਸਾ ਸੱਚ ਵਰਤਾਇਆ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਧਿਆਨ ਧਰ ਕੇ ਦੇਖਦੇ ਨੇ ਨਾ ਕਿ ਸਾਰੀ ਪ੍ਰਿਥਵੀ ਜਿਹੜੀ ਹੈ ਉਹ ਜਲਦੀ ਹੋਈ ਨਜ਼ਰ ਆ ਰਹੀ ਹੈ। ਤੇ ਦੁਨੀਆ ਦੇ ਅੰਦਰ ਐਸੀ ਅਗਿਆਨਤਾ ਦੀ ਧੁੰਦ ਛਾਈ ਪਈ ਏ, ਕੁਝ ਦਿਖਾਈ ਨਹੀਂ ਦੇ ਰਿਹਾ ਗਿਆਨ ਦੀ, ਰੱਬ ਦੀ ਦੁਨੀਆ ਦੇ ਅੰਦਰ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਧਿਆਨ ਧਰ ਕੇ ਦੇਖਦੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਪੂਰੇ ਜੀਵਨ ਕਾਲ ਦੇ ਅੰਦਰ ਜਿੱਥੇ ਜਿੱਥੇ ਘੋਰ ਪਾਪ ਹੋ ਰਹੇ ਸਨ, ਜਾਂ ਜਿੱਥੇ ਜਿੱਥੇ ਕੋਈ ਸੱਚ ਦਾ ਪਿਆਸਾ ਬੈਠਾ ਸੀ, ਸੱਚ ਦੀ ਪਿਆਸ ਬੜੀ ਸੀ, ਪਰ ਕਿਸੇ ਪਾਸਿਓਂ ਸੱਚ ਦਿਖਾਈ ਨਹੀਂ ਸੀ ਦੇ ਰਿਹਾ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਠ ਰਿਹਾ। ਇਹ ਸਾਰਾ ਕੁਝ ਦੁਨੀਆ ਦੇ ਅੰਦਰ ਉਦੋਂ ਫੈਲਿਆ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਅੰਦਰ 4 ਉਦਾਸੀਆਂ ਕਰਕੇ ਦੁਨੀਆ ਦੇ ਅੰਦਰ ਐਸਾ ਸੱਚ ਵਰਤਾਇਆ ਕਿ ਜਿਹੜੇ ਦੁਨੀਆ ਦੇ ਅੰਦਰ ਜਾਤ ਅਭਿਮਾਨੀ ਸਨ, ਜਿਹੜੇ ਦੁਨੀਆ ਦੇ ਅੰਦਰ ਧਰਮ ਅਭਿਮਾਨੀ ਸਨ, ਜਿਹੜੇ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਵੱਡਾ ਸੱਚਾ ਤੇ ਸੁੱਚਾ ਬਣਾ ਕੇ ਬੈਠੇ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹਨਾਂ ਦੇ ਸਾਹਮਣੇ ਸੱਚ ਰੱਖ ਦਿੱਤਾ। ਤੇ ਸੱਚ ਦਾ ਹੋਕਾ ਇਸ ਸੰਸਾਰ ਦੇ ਅੰਦਰ, ਦੁਨੀਆ ਦੇ ਅੰਦਰ ਦਿੱਤਾ। ਮੈਂ ਵਿਚਾਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਆਪ ਨਾਲ ਸਾਂਝੀ ਕਰਨੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੁਨੀਆ ਅੰਦਰ ਸੱਚ ਵਰਤਾਇਆ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੋਨਾਂ ਪੁੱਤਰਾਂ ਨੂੰ ਉਹਨਾਂ ਜਾਤ ਅਭਿਮਾਨੀਆਂ ਨੇ, ਵੱਖਰੇ ਵੱਖਰੇ ਧਰਮ ਥਾਪਣ ਵਾਲਿਆਂ ਨੇ, ਵੱਖਰੇ ਵੱਖਰੇ ਕਰਮ ਕਰਨ ਵਾਲਿਆਂ ਨੇ, ਏਦਾਂ ਕਹਿ ਲਈ ਜਿਨ੍ਹਾਂ ਨੇ ਕਰਮ ਕਾਂਡ ਦੁਨੀਆ ਦੇ ਅੰਦਰ ਐਨ ਪਰਪੱਕ ਕਰ ਦਿੱਤਾ ਸੀ, ਦੁਨੀਆ ਨੂੰ ਦੱਸ ਦਿੱਤਾ ਸੀ ਵੀ ਆਹ ਜੀਵਨ ਹੈ। ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੋਨੋਂ ਬੱਚਿਆਂ ਨੂੰ ਆਪਣੇ ਹਵਾਲੇ ਕਰ ਲਿਆ, ਆਪਣੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਕਿਉਂਕਿ ਜਿੱਦਾਂ ਬਾਕੀ ਧਰਮਾਂ ਦੇ ਵਿੱਚ, ਉਹਨਾਂ ਦੇ ਧਰਮਾਂ ਵਿੱਚ ਚੱਲੇ ਆ ਰਿਹਾ ਸੀ ਕਿ ਜਿਹੜਾ ਬ੍ਰਾਹਮਣ ਦੇ ਘਰ ਪੈਦਾ ਹੋਇਆ ਉਹ ਜੰਮਦਾ ਹੀ ਗੁਰੂ ਹੈ। ਬ੍ਰਾਹਮਣ ਦੇ ਘਰ ਪੈਦਾ ਹੋਇਆ ਬ੍ਰਾਹਮਣ ਹੈ, ਕਿਉਂਕਿ ਉਹ ਬ੍ਰਾਹਮਣ ਨੂੰ ਗੁਰੂ ਮੰਨਦੇ ਨੇ। ਵੈਸੇ ਭਗਤ ਕਬੀਰ ਸਾਹਿਬ ਵਰਗਿਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਦੁਨੀਆ ਅੰਦਰ ਸੱਚ ਰੱਖ ਦਿੱਤਾ ਸੀ। ਬਾਹਮਣ ਜਗਤ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ। ਭਗਤ ਕਬੀਰ ਸਾਹਿਬ ਵਰਗਿਆਂ ਤਾਂ ਬਚਨ ਕੀਤੇ ਸੀ ਵੀ ਜੇ ਬਾਹਮਣ ਦੇ ਘਰ ਬਾਹਮਣ ਪੈਦਾ ਹੋਇਆ, ਬੱਚਾ ਪੈਦਾ ਹੋਇਆ, ਤਾਂ ਜੰਮਦਾ ਹੀ ਗੁਰੂ ਸੀ। ਹੁਣ ਉਹਨਾਂ ਨੇ ਵੀ ਇਹ ਗੱਲ ਸੋਚ ਲਈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਪੈਦਾ ਹੋਏ ਬੱਚੇ ਵੀ ਗੁਰੂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਕਿੰਨਾ ਕੁ ਪ੍ਰਚਾਰ ਕਰ ਲੈਣਗੇ। ਆਉਣ ਵਾਲੇ ਸਮੇਂ ਦੇ ਵਿੱਚ ਅਕਸਰ ਤੇ ਇਹਨਾਂ ਦੇ ਕੋਲ ਬਾਗਡੋਰ ਆਉਣੀ ਹੈ ਨਾ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੁਨੀਆ ਦੇ ਅੰਦਰ ਪਹਿਲੀ ਵਾਰੀ ਐਵੇਂ ਹੋਇਆ, ਕਮਾਲ ਕਰਕੇ ਰੱਖ ਦਿੱਤੀ ਦੁਨੀਆ ਦੇ ਅੰਦਰ।
ਜਿਸ ਦਿਨ ਸਮਾਂ ਆਇਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਕਿਉਂਕਿ ਲੰਮਾ ਪੈਂਡਾ ਸੀ ਵਿਆਹੁਣ ਤੋਂ ਪਹਿਲੇ ਦਿਨ ਤੋਂ ਅਸੀਂ ਬੇਨਤੀ ਕਰਾਂ, ਪਹਿਲਾਂ ਵੀ ਬੜੀ ਵਾਰੀ ਬੇਨਤੀ ਕਰਦਾ, ਜਿੰਨੀ ਕੁ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਾ 1430 ਅੰਗ ਅੱਜ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਇੰਨੀ ਬਾਣੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਬਖਸ਼ਿਸ਼ ਕਰ ਸਕਦੇ ਸਨ, ਕੋਈ ਸ਼ੱਕ ਨਹੀਂ ਸੀ। ਪਰ ਕਾਰਨ ਇਹ ਸੀ ਕਿ ਜਿਹੜੀ ਬਾਣੀ ਬਖਸ਼ਿਸ਼ ਕੀਤੀ ਹੈ ਨਾ, ਉਹ ਬਾਣੀ ਦੇ ਅਰਥ ਉਹਨੂੰ ਪ੍ਰੈਕਟੀਕਲ ਕਰਕੇ ਦੁਨੀਆ ਦੇ ਅੰਦਰ ਦਿਖਾਣਾ ਸੀ ਵੀ ਇਹ ਕੋਈ ਐਵੇਂ ਨਹੀਂ ਵੀ ਠੀਕ ਹੈ ਗੱਲ ਕਰ ਦਿੱਤੀ, ਵਿਚਾਰ ਰੱਖ ਦਿੱਤੀ, ਸ਼ਬਦ ਬਖਸ਼ਿਸ਼ ਕਰ ਦਿੱਤਾ, ਤੇ ਇਹ ਨਹੀਂ ਕਿ ਦੁਨੀਆ ਦੇ ਅੰਦਰ ਕਿ ਇੱਕ ਇੱਕ ਸ਼ਬਦ ਬਾਣੀ ਦਾ ਇੱਕ ਇੱਕ ਅੱਖਰ ਗੁਰੂ ਸਾਹਿਬਾਂ ਨੇ, ਗੁਰਸਿੱਖਾਂ ਨੇ ਆਪਣੇ ਜੀਵਨ ਦੇ ਅੰਦਰ ਪ੍ਰੈਕਟੀਕਲ ਕਰਕੇ ਦਿਖਾਇਆ ਵੀ ਕੇਵਲ ਕਹਿਣ ਦੀ ਗੱਲ ਨਹੀਂ ਹੈ। ਹੁਣ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅਗਲੇ ਗੁਰੂ ਦੀ ਚੋਣ ਕਰਨੀ ਹੈ, ਰੂਹਾਨੀਅਤ ਗੱਦੀ ਦਾ ਮਾਲਕ ਚੁਣਨਾ ਹੈ, ਹੁਣ ਕਰਤਾਰਪੁਰ ਦੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਵਾਸੀ ਨੇ ਉਹ ਤੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਹੋ ਸਕਦੇ ਨੇ, ਪਰ ਜਿਹੜਾ ਕਰਤਾਰ ਦਾ ਘਰ ਸੀ ਨਾ, ਉਹਦੇ ਵਾਰਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਨਹੀਂ ਬਣਾਇਆ, ਉਹਦੇ ਵਾਰਿਸ ਨਹੀਂ ਬਣਾਇਆ ਆਪਣੇ ਪੁੱਤਰਾਂ ਨੂੰ, ਕਿਉਂਕਿ ਜਿਹੜਾ ਰਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਲਾਇਆ ਸੀ, ਉਹ ਰਾਹ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੇਖੋ ਕਿੱਡੇ ਵੱਡੇ ਪਰਉਪਕਾਰ ਨੇ, ਦੁਨੀਆ ਨੂੰ ਸੱਚ ਦਾ ਮਾਰਗ ਦੱਸਿਆ, ਦੁਨੀਆ ਨੂੰ, ਸੰਸਾਰ ਨੂੰ ਸੱਚ ਦੱਸਿਆ। ਦੁਨੀਆ ਦੇ ਅੰਦਰ ਵੱਡੇ ਵੱਡੇ ਰਾਖਸ਼, ਸੱਜਣ, ਠੱਗ ਵਰਗੇ ਜਿਹੜੇ ਸਨ ਸੱਚ ਦੇ ਮਾਰਗ ਤੇ ਚਲਾ ਦਿੱਤੇ। ਗੁਰੂ ਸਾਹਿਬ ਜੀ ਨੇ ਕਿਹਾ ਕੋਈ ਗੱਲ ਨਹੀਂ, ਜੇ ਮੈਨੂੰ ਕੱਲ ਨੂੰ ਆਪਣੇ ਪੁੱਤਰਾਂ ਦੇ ਬਾਰੇ ਕੋਈ ਮਿਹਣਾ ਸਹਿਣਾ ਪਵੇਗਾ ਤੇ ਮੈਂ ਸਹਿਣ ਵਾਸਤੇ ਤਿਆਰ ਹਾਂ, ਪਰ ਜਿਹੜਾ ਮੈਂ ਰੱਬ ਦਾ ਸੁਨੇਹਾ ਲੈ ਕੇ ਆਇਆ, ਉਹ ਰੱਬ ਦਾ ਸੁਨੇਹਾ ਮੈਂ ਦੁਨੀਆ ਦੇ ਅੰਦਰ ਵਰਤਾ ਕੇ ਜਾਣਾ। ਗੁਰੂ ਸਾਹਿਬ ਜੀ ਨੇ ਸਾਡੇ ਵਰਗਿਆਂ ਨੂੰ ਸੱਚ ਦੱਸਣ ਵਾਸਤੇ ਆਪਣੇ ਪੁੱਤਰ ਜਿਹੜੇ ਸਨ ਉਹਨਾਂ ਦੇ ਹਵਾਲੇ ਕਰ ਦਿੱਤੇ, ਉਹਨਾਂ ਨੇ ਆਪਣੀ ਸਿੱਖਿਆ ਦੇ ਦਿੱਤੀ। ਜਿੱਦਣ ਸਮਾਂ ਆਇਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਦੋਨਾਂ ਪੁੱਤਰਾਂ ਨੂੰ ਛੱਡ ਕੇ ਗੁਰਤਾ ਗੱਦੀ ਵਾਸਤੇ ਬਾਹਰੋਂ ਚੱਲ ਕੇ ਆਏ ਭਾਈ ਲਹਿਣਾ ਜੀ, ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਕਰ ਦਿੱਤੀ। ਗੁਰੂ ਅੰਗਦ ਦੇਵ ਬਣਾ ਕੇ ਗੁਰਤਾ ਗੱਦੀ ਉੱਤੇ ਸੁਭਾਈਮਾਨ ਕਰ ਦਿੱਤਾ, ਬਾਣੀ ਦੀਆਂ ਪੋਥੀਆਂ ਬਖਸ਼ਿਸ਼ ਕਰ ਦਿੱਤੀਆਂ। ਹੁਣ ਜਿਨ੍ਹਾਂ ਨੇ ਬੱਚਿਆਂ ਨੂੰ ਸਿੱਖਿਆ ਦਿੱਤੀ ਸੀ, ਉਹਨਾਂ ਨੂੰ ਬੜੀ ਦਰਦ ਹੋਈ ਇਸ ਗੱਲ ਦੀ ਵੀ ਕਮਾਲ ਦੀ ਗੱਲ ਹੈ, ਅਸੀਂ ਤਾਂ ਸੋਚਿਆ ਸੀ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਇਹਨਾਂ ਨੇ ਬਣਨਾ ਹੈ। ਜੋ ਗੁਰੂ ਨਾਨਕ ਸਾਹਿਬ ਜੀ ਨੇ ਜਿਨ੍ਹਾਂ ਚੀਜ਼ਾਂ ਦਾ ਖੰਡਨ ਕੀਤਾ, ਅਸੀਂ ਇਹਨਾਂ ਕੋਲੋਂ ਫੇਰ ਮਨਾ ਲੈਣੀਆਂ। ਉਹਨਾਂ ਨੇ ਬਹੁਤ ਵੱਡਾ ਵਿਰੋਧ ਕੀਤਾ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦਾ ਵੀ ਕਮਾਲ ਦੀ ਗੱਲ ਹੈ, ਤੁਹਾਡੀ ਮਲਕੀਅਤ, ਸਾਰਾ ਕੁਝ ਤੁਹਾਡਾ ਤੇ ਤੁਹਾਡੇ ਪੁੱਤਰ ਮਾਲਕ ਹੋਣਗੇ। ਇਹ ਲੈਣਾ ਬਾਹਰੋਂ ਚੱਲ ਕੇ ਆਇਆ ਜਿਹਨਾਂ ਨਾਲ ਤੁਹਾਡਾ ਕੋਈ ਰਿਸ਼ਤਾ ਨਾਤਾ ਵੀ ਨਹੀਂ, ਸਰੀਰਕ ਤੌਰ ਤੇ, ਖੂਨ ਤੌਰ ਤੇ, ਤੁਸੀਂ ਸਾਰਾ ਕੁਝ ਉਹਨਾਂ ਦੀ ਝੋਲੀ ਵਿੱਚ ਪਾ ਰਹੇ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਜਿਹੜਾ ਕਰਤਾਰਪੁਰ ਹੈ ਮੈਂ ਆਪਣੇ ਪੁੱਤਰਾਂ ਨੂੰ ਦਿੱਤਾ, ਇਹ ਮੇਰੀ ਜ਼ਮੀਨ ਜਾਇਦਾਦ ਜੋ ਕੁਝ ਹੈ ਸੰਭਾਲਣ, ਪਰ ਇਹ ਜਿਹੜੀ ਗੱਦੀ ਹੈ ਨਾ, ਇਹ ਜਿਹੜਾ ਘਰ ਹੈ, ਇਹ ਰੂਹਾਨੀਅਤ ਦਾ ਘਰ ਹੈ, ਇਹ ਮੇਰੇ ਪੁੱਤਰ ਨਹੀਂ ਲੈ ਸਕਦੇ, ਇਹ ਤਾਂ ਸੱਚੀ ਸੁਰਤ ਵਾਲੇ ਨੂੰ ਮਿਲਣਾ। ਹੁਣ ਮੈਂ ਪਿਛੋਕੜ ਦੇ ਵਿੱਚ ਥੋੜਾ ਚੱਲਿਆ। ਮੱਤੇ ਦੀ ਸਰਾਏ ਭਾਈ ਫੇਰੂਮੱਲ ਜੀ ਦਾ ਉਸ ਥਾਂ ਦੇ ਉੱਤੇ ਨਿਵਾਸ ਹੈ। ਉਸ ਵੇਲੇ ਦੇ ਚੰਗੇ ਪੁੱਜਦੇ ਵਪਾਰੀ ਨੇ ਬਾਬਾ ਫੇਰੂਮੱਲ ਜੀ। ਅਕਸਰ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਤੋਂ ਪਹਿਲਾ ਸਮਾਂ ਵੀ ਵਿਚਾਰੀਏ, ਕਿਉਂਕਿ ਇਹ ਪੰਥ, ਇਹ ਰਾਹ ਚਲਾਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਤੇ ਆਪਾਂ 550 ਸਾਲਾ ਹੁਣ ਪਿਛਲੇ ਸਮੇਂ ਮਨਾ ਕੇ ਹਟੇ। ਉਦੋਂ ਕੀ ਸੀ ਕਿ ਪਿਆਸ ਤੇ ਸੱਚ ਦੀ ਸਦੀਆਂ ਤੋਂ ਲੈ ਕੇ ਰਹੀ ਹੈ, ਤੇ ਕੀ ਹੁੰਦਾ ਸੀ, ਰਾਹ ਬੜੇ ਦੁਨੀਆ ਦੇ ਅੰਦਰ ਬਣਾ ਦਿੱਤੇ ਗਏ ਵੀ ਆਹ ਰਾਹ ਚੱਲੋਗੇ ਤਾਂ ਵੀ ਰੱਬ ਮਿਲ ਜਾਏਗਾ, ਇੱਧਰ ਚੱਲੋਗੇ ਤਾਂ ਵੀ ਰੱਬ ਮਿਲ ਜਾਏਗਾ। ਰਾਹ ਤੇ ਬੜੇ ਸੀ, ਪਰ ਉਹ ਰੱਬ ਦੇ ਤੱਕ ਕੋਈ ਵੀ ਪਹੁੰਚਣ ਵਾਲਾ ਨਹੀਂ ਸੀ। ਬੰਦਗੀ ਵਾਲਾ ਜਿਹਨੇ ਮਨ ਨੂੰ ਸੱਚ ਨਾਲ ਜੋੜਨਾ ਸੀ, ਉਹ ਰਾਹ ਕੋਈ ਵੀ ਨਹੀਂ ਸੀ ਕਿ ਐਸਾ ਰਾਹ ਜਿਹੜੇ ਰਾਹ ਤੇ ਚੱਲ ਕੇ ਮਨੁੱਖ ਸੱਚਮੁੱਚ ਰੱਬ ਜੀ ਤੱਕ ਪਹੁੰਚੇ। ਕਿਉਂਕਿ ਰੱਬ ਹੀ ਦੁਨੀਆ ਦੇ ਵਿੱਚ ਬਣਾ ਦਿੱਤੇ ਸੀ, ਫਲਾਣਾ ਵੀ ਰੱਬ ਹੈ, ਉਹ ਵੀ ਪਰਮਾਤਮਾ ਹੈ, ਉਹ ਵੀ ਪ੍ਰਭੂ ਹੈ, ਉਹ ਵੀ ਪ੍ਰਭੂ, ਉਹ ਭਗਵਾਨ ਹੈ।
ਹੁਣ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਹੀ ਆਪਾਂ ਵਿਚਾਰੀਏ। ਸਤਿਗੁਰੂ ਜੀ ਕਹਿੰਦੇ ਜਤ ਸੰਜਮ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰਨਾਮਾ। ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੱਥੋਂ ਲੈ ਕੇ ਰਾਹ ਚਲਾ ਦਿੱਤਾ ਹੈ, ਉੱਥੇ ਨਾਮ ਦੀ ਕੀਰਤ ਕਰਨ ਵਾਲਾ ਗੁਰੂ ਨੂੰ ਪ੍ਰਵਾਨ ਹੋਵੇਗਾ। ਹੋ ਸਕਦਾ ਹੈ ਜਤ ਰੱਖਣੀ, ਸੰਜਮ ਰੱਖਣੇ ਉਹਨਾਂ ਦਾ ਧਰਮ ਹੋ ਸਕਦਾ ਹੈ, ਪਰ ਸਿੱਖਾ ਤੂੰ ਨਾਮ ਜਪ ਕੇ ਤੂੰ ਬਾਣੀ ਦੇ ਦੁਆਰਾ ਗੁਰੂ ਨੂੰ ਪ੍ਰਵਾਨ ਹੋਣਾ ਹੈ। ਤੂੰ ਨਾਮ ਦਾ ਧਾਰਨੀ ਬਣਨਾ ਹੈ।